ਲੈਣੇ ਪੈ ਗਏ। ਇਹੀ ਜਿਹੜਾ ਅਗਨੀਪਥ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਹੈ ਦੇਸ਼ ਨੂੰ ਵੇਚਣ ਵਾਸਤੇ ਕੋਆਪਰੇਟ ਘਰਾਣਿਆਂ ਨੂੰ, ਤੇ ਦੇਸ਼ ਲਈ ਬਹੁਤ ਵੱਡੀ ਨੁਕਸਾਨ ਵਾਲੀ ਗੱਲ ਹੈ। ਸਰਕਾਰ ਜਿਹੜੇ ਨੌਜਵਾਨ ਲੜ ਰਹੇ ਨੇ ਜਾਣੀ ਇੱਥੇ ਜਮਹੂਰੀ ਹੱਕ ਬਣਦਾ ਸੰਘਰਸ਼ ਕਰਨ ਦਾ, ਜੇ ਕੋਈ ਉੱਠ ਕੇ ਆਵਾਜ਼ ਬੁਲੰਦ ਕਰਦਾ ਉਹਦੇ ਖਿਲਾਫ ਕਿਹਾ ਜਾਂਦਾ ਕਿ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਕੀਤਾ ਜਾਊਗਾ। ਜਿਹੜਾ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉਹਦੀ ਅਸੀਂ ਸਖਤ ਸ਼ਬਦਾਂ 'ਚ ਨਿਖੇਧੀ ਪੰਜਾਬ ਦੇ ਵਿੱਚੋਂ ਇਹ ਅੰਦੋਲਨ ਨੇ ਬਰੂਦ ਬਣਨਾ ਹੈ, ਇਹਨੇ ਸਾਰੇ ਦੇਸ਼ ਵਿੱਚ ਫੈਲਣਾ ਹੈ। ਉਸ ਮੋਦੀ ਸਰਕਾਰ ਦੀਆਂ ਜੜ੍ਹਾਂ ਪੱਟੂਗਾ ਇਹ। ਕੇਂਦਰ ਸਰਕਾਰ ਪਹਿਲਾਂ 3 ਖੇਤੀ ਕਾਨੂੰਨ ਲੈ ਕੇ ਆਈ, ਉਸ ਨੂੰ ਲੈ ਕੇ ਦਿੱਲੀ ਦੀਆਂ ਬਾਰਡਰਾਂ ਦੇ ਉੱਪਰ ਲਗਾਤਾਰ ਸੰਘਰਸ਼ ਚੱਲਿਆ, ਕਾਨੂੰਨ ਵਾਪਸ ਹੋਏ। ਉਸ ਤੋਂ ਬਾਅਦ ਹੁਣ ਅਗਨੀਪਥ ਯੋਜਨਾ ਲੈ ਕੇ ਆਈ ਆ। ਅਗਨੀਪਥ ਯੋਜਨਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਬਵਾਲ ਹੋਇਆ, ਅਗਜਨੀ ਹੋਈ। ਉਸ ਤੋਂ ਬਾਅਦ ਹੁਣ ਕਹਿ ਸਕਦੇ ਹਾਂ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਉਹਨਾਂ ਨੌਜਵਾਨਾਂ ਦੇ ਨਾਲ ਖੜੇ ਹੋ ਚੁੱਕੇ ਨੇ, ਕਿਉਂਕਿ ਪੰਜਾਬ ਹਰਿਆਣਾ ਉਹ ਸੂਬੇ ਨੇ ਜਿੱਥੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਜਿਹੜੇ ਫੌਜ ਦੇ ਵਿੱਚ ਭਰਤੀ ਹੋਣ ਲਈ ਜਾਂਦੇ ਨੇ। ਪਰ ਲੇਕਿਨ ਸਰਕਾਰ ਤਰਕ ਦੇ ਰਹੀ ਹੈ ਕਿ ਯੋਜਨਾ ਦੇ ਨਾਲ ਨੌਜਵਾਨਾਂ ਦਾ ਰੁਜ਼ਗਾਰ ਵਧੇਗਾ, ਉਹ ਕਿਸੇ ਦੇ ਉੱਪਰ ਡਿਪੈਂਡ ਨਹੀਂ ਹੋਣਗੇ। 4 ਸਾਲਾਂ ਬਾਅਦ ਉਹ 10 ਤੋਂ ਲੈ ਕੇ 12 ਲੱਖ ਰੁਪਇਆ ਲੈ ਕੇ ਇਸ ਜਗ੍ਹਾ ਦੇ ਉੱਪਰ ਵਾਪਸ ਆਉਣਗੇ। ਪਰ ਨੌਜਵਾਨਾਂ ਦਾ, ਕਿਸਾਨਾਂ ਦਾ ਤਰਕ ਹੈ ਕਿ ਜਿਹੜੇ ਨੌਜਵਾਨਾਂ ਨੂੰ ਜਿਹਦੇ 25% ਦੀ ਗੱਲ ਕਰ ਰਹੀ ਹੈ ਸਰਕਾਰ ਕਿ 25% ਨੂੰ ਫੌਜ ਦੇ ਵਿੱਚ ਭਰਤੀ ਕੀਤਾ ਜਾਏਗਾ, ਤਾਂ ਬਾਕੀ 75% ਕੀ ਕਰਨਗੇ? 75% ਲਈ ਰੁਜ਼ਗਾਰ ਕੀ ਹੋਏਗਾ? ਕਿਉਂਕਿ +2 ਤੋਂ ਬਾਅਦ ਕਹਿ ਸਕਦੇ ਕਿ ਹੋਰ ਡਿਗਰੀ ਨਹੀਂ ਕਰ ਸਕਦੇ, ਸਿਰਫ ਫੌਜ ਦੇ ਵਿੱਚ ਚਲੇ ਜਾਣਗੇ। ਇਸ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਡੇ ਪੱਧਰ ਦੇ ਉੱਪਰ ਕਹਿ ਸਕਦੇ ਇਸ ਦੇ ਵਿਰੋਧ ਦੇ ਵਿੱਚ ਆਈ ਆ। ਵੱਡੇ ਇਕੱਠ ਹੋ ਰਹੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ। ਸੰਗਰੂਰ ਦੇ ਵਿੱਚ ਖੜੇ ਆ ਕਿਉਂਕਿ ਸੰਗਰੂਰ ਕਹਿ ਸਕਦੇ ਹਾਂ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗੜ੍ਹ ਮੰਨਿਆ ਜਾਂਦਾ। ਇੱਕ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜਾ ਕੀਤਾ ਗਿਆ ਹੈਗਾ, ਜਿੱਥੇ ਕਿ ਸਰਕਾਰ ਦੇ ਖਿਲਾਫ ਲਗਾਤਾਰ ਜਿਹੜਾ ਮੋਰਚਾ ਖੋਲ੍ਹਿਆ ਹੋਇਆ ਕਿ ਅਗਨੀਪਥ ਯੋਜਨਾ ਨੂੰ ਵਾਪਸ ਲਿਆ ਜਾਵੇ, ਕਿਉਂਕਿ ਇਹ ਨੌਜਵਾਨਾਂ ਦੇ ਹਿੱਤ ਦੇ ਵਿੱਚ ਜਿਹੜੀ ਇਹ ਯੋਜਨਾ ਹੈਗੀ ਉਹ ਨਹੀਂ ਹੈਗੀ। ਇਸ ਨੂੰ ਲੈ ਕੇ ਇਹ ਵੱਡਾ ਇਕੱਠ ਇਸ ਜਗ੍ਹਾ ਦੇ ਵਿੱਚ ਸੰਗਰੂਰ ਦੀ ਅਨਾਜ ਮੰਡੀ ਦੇ ਵਿੱਚ ਕੀਤਾ ਗਿਆ ਹੈਗਾ। ਇਸ ਨੂੰ ਲੈ ਕੇ ਵਾਪਸ ਫਿਰ ਜਾ ਕੇ ਸੰਗਰੂਰ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਜਿਹੜਾ ਇੱਕ ਮੰਗ ਪੱਤਰ ਹੈ ਕਹਿ ਸਕਦੇ ਹਾਂ ਉਹ ਦਿੱਤਾ ਜਾਏਗਾ, ਤਾਂ ਜੋ ਸਰਕਾਰ ਤੱਕ ਜਿਹੜੀ ਆਵਾਜ਼ ਪਹੁੰਚਾਈ ਜਾ ਸਕੇ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਹੜੇ ਨੇਤਾ ਨੇ, ਲੀਡਰ ਨੇ, ਸੂਬਾ ਆਗੂ ਨੇ, ਉਹ ਸਾਡੇ ਨਾਲ ਮੌਜੂਦ ਨੇ। ਸਰ, ਕਿਸ ਤਰ੍ਹਾਂ ਦੇਖਦੇ ਹੋ ਅਗਨੀਪਥ ਨੂੰ ਲੈ ਕੇ ਬੜਾ ਵਿਰੋਧ ਹੋ ਰਿਹਾ ਦੇਸ਼ ਦੇ ਵਿੱਚ, ਅਗਜਨੀ ਵੀ ਹੋਈ, ਪਰ ਹੁਣ ਕਿਸਾਨ ਸਪੋਰਟ ਦੇ ਵਿੱਚ ਆ ਗਏ ਨੇ। ਕਿਸ ਤਰ੍ਹਾਂ ਦਾ ਸਟੈਂਡ ਹੈ, ਕਿਸ ਤਰ੍ਹਾਂ ਦਾ ਹੁਣ ਅਗਲੀ ਰਣਨੀਤੀ ਰਹਿਣ ਵਾਲੀ ਹੈ? ਅਸਲ ਦੇ ਵਿੱਚ ਗੱਲ ਇਹ ਹੈ ਵੀ ਜਿਹੜਾ ਅਗਨੀਪਥ ਸਕੀਮ ਸਾਡੀ ਸਰਕਾਰ ਲੈ ਕੇ ਆਈ ਹੈ, ਇਹ ਦੇਸ਼ ਦੀ ਸੁਰੱਖਿਆ ਲਈ ਅਸਥਾਈ ਭਰਤੀ ਹੈ, ਠੇਕਾ ਭਰਤੀ ਲਾਗੂ ਕਰਨਾ ਚਾਹੁੰਦੀ ਹੈ। ਅਸੀਂ ਨੌਜਵਾਨਾਂ ਦੀ ਇਕੱਲੇ ਮਦਦ 'ਤੇ ਨਹੀਂ ਆਏ, ਉਹ ਨੌਜਵਾਨ ਸਾਡੇ ਕਿਸਾਨਾਂ ਦੇ ਧੀ ਪੁੱਤ ਹੈ ਜਿਹੜੇ 2 ਸਾਲ ਤੋਂ ਲਗਾਤਾਰ ਇਸ ਕਰਕੇ ਲੱਗੇ ਹੈ ਕਿ ਅਸੀਂ ਦੇਸ਼ ਦੀ ਸੇਵਾ ਕਰਾਂਗੇ ਤੇ ਆਪਦਾ ਪਰਿਵਾਰ ਨੂੰ ਖੁਸ਼ਹਾਲ ਕਰਾਂਗੇ, ਕਿਉਂਕਿ ਆਰਥਿਕ ਜਿਹੜੀ ਤਰੱਕੀ ਹੈ ਉਹ ਪਰਿਵਾਰ ਦੀ ਉਹ ਇਸ ਗੱਲ ਨਾਲ ਗਿਣਦੇ ਹੈ। ਉਹ ਗਿਣਦੇ ਇਸ ਕਰਕੇ ਹੈ ਕਿ ਸਾਰੀਆਂ ਸੰਸਥਾਵਾਂ ਇਹਨਾਂ ਨੇ ਸੇਲ 'ਤੇ ਲਾਤੀਆਂ, ਠੇਕੇ 'ਤੇ ਦੇਤੀਆਂ। ਜੇ ਅੱਜ ਕਿਤੇ ਵੀ ਬੱਚਿਆਂ ਨੂੰ ਰੁਜ਼ਗਾਰ ਦੀ ਗੱਲ ਦੀਂਦੀ ਹੈ ਜਾਂ ਮਾੜੀ ਮੋਟੀ ਚਮਕਦੀ ਹੈ, ਉਹ ਪੁਲਿਸ ਦੀ ਫੌਜ ਭਰਤੀ ਹੈ ਜਾਂ ਫੌਜ ਦੀ ਭਰਤੀ ਹੈ। ਅੱਜ ਇਹਨਾਂ ਨੇ ਰਾਤੋਂ ਰਾਤ ਹੋਣਾ ਕੀ ਚਾਹੀਦਾ ਹੈ? ਹੋਣਾ ਇਹ ਚਾਹੀਦਾ ਵੀ ਜਿਹੜੇ ਸਾਡੇ ਨੁਮਾਇੰਦੇ ਇਹਨਾਂ ਨੇ ਚੁਣ ਕੇ ਭੇਜੇ ਹੈ, 2 ਸੰਸਦ ਜਿਹੜੇ ਦਿੱਲੀ ਦੇ ਵਿੱਚ ਬੈਠੇ ਹੈ, ਉਹਨਾਂ ਦਾ ਇਹ ਬਣਦਾ ਵੀ ਪਹਿਲਾਂ ਇਹ ਉੱਥੇ ਲੈ ਕੇ ਆਉਣ, ਉਦੋਂ ਬਾਅਦ ਉੱਤੇ ਚਰਚਾ ਹੋਵੇ। ਪਰ ਇਹਨਾਂ ਨੇ ਕਾਲੇ ਕਾਨੂੰਨਾਂ ਵਾਂਗੂ, ਜਿਵੇਂ ਕਿਸਾਨਾਂ ਨੂੰ ਕਿਸੇ ਨੂੰ ਨਹੀਂ ਪੁੱਛਿਆ, ਕਿਸੇ ਜਵਾਨ ਨੂੰ ਨਹੀਂ ਪੁੱਛਿਆ, ਕਿਸੇ ਜਿਹੜੇ ਦੇਸ਼ ਦੇ ਰਾਖੇ ਜਾਂ ਉਸ ਨਾਲ ਸੰਬੰਧਿਤ ਹੈ ਉਹ ਕਿਸੇ ਵੀ ਬੰਦੇ ਨੂੰ ਪੁੱਛਣ ਦੀ ਖੇਚਲਾ ਨਹੀਂ ਕੀਤੀ। ਆਰਡੀਨੈਂਸ ਸਿੱਧਾ ਲਿਆ ਕੇ ਉਹ ਲੋਕਾਂ ਦੇ ਸਾਹਮਣੇ ਰੱਖਤਾ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਅਸੀਂ ਜਿਹੜੀ ਇਹ ਕਾਰਪੋਰੇਟ ਨੀਤੀ ਲੈ ਕੇ ਆ ਰਹੇ ਹੈ, ਜਿਹਦੇ ਤਹਿਤ ਸਾਡੇ ਦੇਸ਼ ਨੂੰ ਖਤਰਾ ਖੜਾ ਕਰ ਰਹੇ ਹੈ। ਅਗਲੀ ਗੱਲ ਇਹ 'ਚ ਹੈਰਾਨੀਜਨਕ ਇਹ ਹੈ ਕਿ ਇਹਨਾਂ ਨੇ ਜਿਹੜੀਆਂ ਅਸਲ ਦੇ ਵਿੱਚ ਰਜਮੈਂਟਾਂ ਸੀ, ਚਾਹੇ ਉਹ ਸਿੱਖ ਰਜਮੈਂਟ ਹੈ ਚਾਹੇ ਉਹ ਡੋਗਰਾ ਰਜਮੈਂਟ ਹੈ, ਉਹ ਤੋੜਤੀ। ਉਹ ਤੋੜਨ ਤੋਂ ਬਾਅਦ ਜਿਹੜੀ ਭਰਤੀ ਹੈ ਉਹ ਖੁੱਲ੍ਹੀ ਹੋਊਗੀ। ਇਹਦੇ ਵਿੱਚ ਦਿੱਕਤ ਆਊਗੀ ਕਿ 4 ਸਾਲ ਵਾਸਤੇ ਇੱਕ ਨੌਜਵਾਨ ਉੱਥੇ ਸਰਵਿਸ ਕਰਨ ਜਾਊਗਾ। ਜਿਹੜੀ ਥਾਂ 'ਤੇ ਤੋਂ ਲੈ ਕੇ ਜਾਣਗੇ ਉਹਦੇ ਵਿੱਚ ਅੱਡ ਅੱਡ ਬੋਲੀਆਂ ਵਾਲੇ, ਅੱਡ ਅੱਡ ਸੂਬਿਆਂ ਵਾਲੇ ਲੋਕ ਹੋਣਗੇ। 4 ਸਾਲ 'ਚ ਉਹ ਬੋਲੀ ਉਹ ਨਹੀਂ ਸਿੱਖ ਸਕਦਾ। ਅਗਲੀ ਗੱਲ ਜਿਹੜੀ ਉਹਨੇ ਆਪਣੀ ਸੇਵਾ ਨਿਭਾਉਣੀ ਹੈ ਉਹਦਾ ਵੱਖਰੀ ਗੱਲ ਹੈ। ਇਸ ਕਰਕੇ ਅਸੀਂ ਸਮਝਦੇ ਹਾਂ
ਕਿ ਜਿਹੜਾ ਲੋਕਾਂ ਦੇ ਨਾਲ ਰਾਤੋਂ ਰਾਤ ਇਹ ਫੈਸਲਾ ਲੈ ਕੇ ਆਏ ਹੈ ਰਜਮੈਂਟਾਂ ਤੋੜ ਕੇ, ਇਹ ਲੋਕਾਂ ਨਾਲ ਖਲਵਾੜ ਹੈ, ਲੋਕਾਂ ਦੀ ਜਮਹੂਰੀਅਤ ਨਾਲ ਖਲਵਾੜ ਹੈ। ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਹਿੰਦੁਸਤਾਨ ਦੇ ਵਿੱਚ ਇਹਦਾ ਡਟਵਾਂ ਜਿਹੜਾ ਵਿਰੋਧ ਹੈ ਉਹ ਕਰਾਂਗੇ, ਤੇ ਵਿਰੋਧ ਉਦੋਂ ਤੱਕ ਕਰਾਂਗੇ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਹੋ ਜਾਂਦਾ। ਅੱਜ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਧਰਨੇ ਨੇ, ਮੰਗ ਪੱਤਰ ਦਿੱਤੇ ਜਾ ਰਹੇ ਨੇ ਅੱਜ, ਪਰ ਕੀ ਇਸ ਤੋਂ ਬਾਅਦ ਅਗਲੀ ਰਣਨੀਤੀ ਹੁਣ ਬਣੇਗੀ ਜਾਂ ਫਿਰ ਦੁਬਾਰਾ ਮੀਟਿੰਗ ਹੋਏਗੀ ਸੰਯੁਕਤ ਕਿਸਾਨ ਮੋਰਚੇ ਦੀ? ਦੇਖੋ, ਅਸੀਂ ਹਿੰਦੁਸਤਾਨ ਪੱਧਰ ਤੇ ਕਿਸਾਨ ਸੰਯੁਕਤ ਮੋਰਚਾ ਬਣਾਇਆ ਹੋਇਆ ਹੈ। ਉਸ ਮੋਰਚੇ ਨੇ ਸਾਰੀ ਵਿਉਂਤਬੰਦੀ ਕਰਨੀ ਹੁੰਦੀ ਹੈ। ਅੱਜ ਅਸੀਂ ਸੁਣਾਉਣੀ ਕਰਨ ਆਏ ਹਾਂ, ਅੱਗੇ ਮੋਰਚੇ ਲੱਗਦੇ ਆ ਕੀ ਹੁੰਦਾ ਹੈ। ਜੋ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਆਊਗਾ ਅਸੀਂ ਵੱਧ ਚੜ੍ਹ ਕੇ ਉਹ 'ਚ ਹਿੱਸਾ ਪਾਵਾਂਗੇ, ਤੇ ਹਿੱਸਾ ਇਕੱਲਾ ਨਹੀਂ ਪਾਵਾਂਗੇ, ਉਦੋਂ ਤੱਕ ਲੜਾਂਗੇ ਜਦੋਂ ਤੱਕ ਨੌਜਵਾਨਾਂ ਨੂੰ ਇਨਸਾਫ ਨਹੀਂ ਦਿਵਾ ਦਿੰਦੇ। ਭਾਜਪਾ ਕਹਿੰਦੀ ਹੈ ਕਿ ਨੌਜਵਾਨਾਂ ਦੇ ਹਿੱਤ ਦੇ ਵਿੱਚ ਹੈ, ਕਿਉਂਕਿ 4 ਸਾਲਾਂ ਦੇ ਵਿੱਚ ਕੋਈ ਇੰਨਾ ਰੁਪਈਆ ਨਹੀਂ ਕਮਾ ਲੈਂਦਾ। 10 ਤੋਂ ਲੈ ਕੇ 12 ਲੱਖ ਦਿੱਤਾ ਜਾਊਗਾ, 30,000 ਰੁਪਈਆ ਕਹਿ ਸਕਦੇ ਨੇ ਜਿਹੜੀ ਸੈਲਰੀ ਜਿਹੜੀ ਉਹਨੂੰ ਮਿਲੂਗੀ। ਉਹ ਕਹਿ ਰਹੇ ਕਿ ਨਾਲ ਦੀ ਨਾਲ ਜਿਹੜੀ ਪੜ੍ਹਾਈ ਆ, ਡਿਗਰੀ ਆ ਜਿਹੜੀ, ਉਹ ਵੀ ਉੱਥੇ ਨਾਲ ਦੀ ਨਾਲ ਕਰਵਾਈ ਜਾਊਗੀ। ਵੀ ਫੇਰ ਇਹ ਨੌਜਵਾਨਾਂ ਦੇ ਹਿੱਤ ਦੇ ਵਿੱਚ ਕਿਉਂ ਨਹੀਂ ਗਿਆ? ਜਿਹੜੇ ਵਿਰੋਧ ਕਰ ਰਹੇ ਨੇ ਉਹ ਤਰੱਕੀ ਨਹੀਂ ਜਰ ਰਹੇ ਦੇਸ਼ ਦੀ। 4 ਸਾਲਾਂ ਦੇ ਵਿੱਚ ਨੌਜਵਾਨ ਕੀ ਕਰ ਲੂਗਾ? ਜਾਣੀ ਉਸ ਤੋਂ ਬਾਅਦ ਉਹਨੇ ਆ ਕੇ ਇੱਥੇ ਜਾਣੀ ਠੇਕਾ ਭਰਤੀ ਤੇ ਉਹਨਾਂ ਨੇ ਗੁਜ਼ਾਰਾ ਕਰਨਾ ਹੈਗਾ। ਇਸ ਕਰਕੇ ਉਹਨਾਂ ਨੌਜਵਾਨਾਂ ਦੇ ਦਿਲ ਬਲੂੰਦਰੇ ਗਏ ਨੇ, ਜਿਹੜੇ ਸਵੇਰੇ ਉੱਠ ਕੇ ਫਿਜ਼ੀਕਲ ਫਿੱਟ ਹੋਣ ਦੇ ਵਾਸਤੇ ਮਤਲਬ ਬਸ ਵਰਜਿਸ਼ਾਂ ਕਰ ਰਹੇ ਨੇ, ਪੜ੍ਹੀਆਂ ਡਿਗਰੀਆਂ ਲਈਆਂ ਨੇ। ਜਾਣੀ ਪਹਿਲਾਂ ਕਰੋਨਾ ਨੇ ਵੱਡੀ ਪੱਧਰ ਦੇ ਉੱਤੇ ਮਾਰ ਮਾਰੀ ਆ, ਤੇ ਹੁਣ ਜਾਣੀ ਇੱਥੋਂ ਦੀ ਹਕੂਮਤ ਨੇ ਜਿਹੜਾ ਇਹ ਫੌਜ ਨੂੰ ਪ੍ਰਾਈਵੇਟ ਕਰਨ ਵਾਸਤੇ, ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਸਤੇ ਇਹ ਸਕੀਮ ਬਣਾਈ ਆ। ਇਹਦਾ ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਕਰਦੇ ਹਾਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਤੇ ਤਿੱਖੇ ਸੰਘਰਸ਼ ਕਰਾਂਗੇ, ਕਿਉਂਕਿ ਸਾਨੂੰ ਪਤਾ ਹੈ ਇਸ ਗੱਲ ਦਾ। ਪਹਿਲਾਂ ਟਾਟਾ ਕਹਿੰਦਾ ਰਿਹਾ ਕਿ ਮੇਰਾ ਬਿੱਲਾ ਲਵਾ ਦਿਓ ਫੌਜ ਦੇ ਉੱਤੇ, ਹੁਣ ਅਡਾਨੀ ਵਾਨੀ ਕਹਿੰਦੇ ਨੇ, ਜਣੀ ਉਹਨਾਂ ਦੀ ਮੋਹਰ ਲਵਾਉਣਾ ਚਾਹੁੰਦੇ ਨੇ। ਇਹਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲਾਮਬੰਦੀ ਆ ਜਿਹੜੀ ਇਹਨੇ ਵੱਡੀ ਹੋਣਾ। ਜਿਹੜੀ ਸਰਕਾਰ, ਜਿਹੜੇ ਨੌਜਵਾਨ ਲੜ ਰਹੇ ਨੇ, ਜਣੀ ਇੱਥੇ ਜਮਹੂਰੀ ਹੱਕ ਬਣਦਾ ਸੰਘਰਸ਼ ਕਰਨ ਦਾ, ਜੇ ਕੋਈ ਉੱਠ ਕੇ ਆਵਾਜ਼ ਬੁਲੰਦ ਕਰਦਾ ਉਹਦੇ ਖਿਲਾਫ ਕਿਹਾ ਜਾਂਦਾ ਕਿ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਨਹੀਂ ਕੀਤਾ ਜਾਊਗਾ। ਜਿਹੜਾ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉਹਦੀ ਅਸੀਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਤੇ ਅੱਜ ਪੂਰੇ ਪੰਜਾਬ ਦੇ ਵਿੱਚ ਅਸੀਂ ਭਾਰਤੀ ਕਿਸਾਨ ਜਮਹੂਰੀ ਏਕਤਾ ਗਰਾਹਾਂ ਵੱਲੋਂ ਜਾਣੀ ਡੀਸੀਆਂ ਦੇ ਰਾਹੀਂ ਰਾਸ਼ਟਰਪਤੀ ਨੂੰ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ। ਇਹਦੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਪੰਜਾਬ ਸਰਕਾਰ ਨੂੰ ਵੀ, ਕਿਉਂਕਿ ਪੰਜਾਬ ਦੀ ਸਰਕਾਰ ਇਹਦੇ ਖਿਲਾਫ ਮਤਾ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜੇ, ਇਹਦੇ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਬਿਉਂਤ ਬਣਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹਦੇ ਸੰਘਰਸ਼ ਹੀ ਹੋਰ ਤਿੱਖਾ ਕਰਾਂਗੇ। ਖੇਤੀ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਤਾਂ ਖੇਤੀ ਕਾਨੂੰਨ ਵੀ ਬਿਲਕੁਲ ਇਸੇ ਤਰ੍ਹਾਂ ਸੀ। ਇਸੇ ਤਰ੍ਹਾਂ ਮੋਰਚਾ ਦਿੱਲੀ ਲੱਗਿਆ, ਕਾਫੀ ਲੰਮਾ ਸਮਾਂ ਉੱਥੇ ਦਿੱਲੀ ਬਾਰਡਰ ਦੇ ਉੱਪਰ ਬੈਠਣਾ ਪਿਆ, ਪਰ ਹੁਣ ਕਹਿ ਰਹੇ ਨੇ ਕਿ ਜਿਹੜਾ ਵਿਰੋਧ ਹੈ ਅਗਨੀਪਥ ਦਾ ਉਹ ਮੱਠਾ ਪੈ ਗਿਆ, ਕਿਉਂਕਿ 2-3 ਦਿਨ ਦੇਖਿਆ ਪੂਰੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਸੀ। ਪਰ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਮੰਨੇ ਜਾਂਦੇ ਨੇ ਕਿ ਸੰਘਰਸ਼ ਲੜ ਕੇ ਕਾਨੂੰਨ ਵਾਪਸ ਕਰਵਾਏ ਗਏ ਸੀ। ਕਿ ਹੁਣ ਉਸੇ ਤਰਜ਼ ਦੇ ਉੱਪਰ ਦੁਬਾਰੇ ਇਹ ਚੀਜ਼ਾਂ ਨੂੰ ਅਗਨੀਪਥ ਦੇ ਵਿਰੁੱਧ ਲੜਾਈ ਲੜੀ? ਬਿਲਕੁਲ, ਬਹੁਤ ਤਰੀਕੇ ਨਾਲ, ਬਹੁਤ ਤਜਰਬੇ ਨਾਲ ਇਹ ਲੜਾਈ ਲੜਨ ਵਾਲੀ ਹੈ। ਨੌਜਵਾਨਾਂ ਨੂੰ ਇਹਦਾ ਗੁੱਸਾ ਸੀਗਾ, ਉਹ ਗੁੱਸਾ ਆਪਦੇ ਤਰੀਕੇ ਨਾਲ, ਆਪ ਮਹਾਰਤਾਂ ਨਾਲ ਉਹਨਾਂ ਨੇ ਕੱਢਿਆ। ਕਿਉਂ? ਉਹਨਾਂ ਨੇ ਬਹੁਤ ਮਿਹਨਤ ਤੇ ਬਹੁਤ ਸ਼ਕਤੀਸ਼ਾਲੀ ਜਿਹੜੀ ਆਪਦੀ ਸਿਹਤ ਲਈ ਯੋਜਨਾਬੰਦੀ ਤਰੀਕੇ ਨਾਲ ਤੜਕੀ ਉੱਠ ਕੇ ਸਵੇਰੇ 3 ਵਜੇ 4 ਵਜੇ 5 ਵਜੇ ਉੱਠ ਕੇ ਪ੍ਰੈਕਟਿਸ ਕਰਨੀ, ਉਹਦਾ ਜਿਹੜਾ ਬਰੂਦ ਸੀਗਾ, ਉਹਨਾਂ ਦਾ ਗੁੱਸਾ ਜਾਇਜ਼ ਸੀਗਾ। ਪਰ ਜਿਹੜਾ ਪੰਜਾਬ ਦਾ ਜਿਹੜਾ ਸੂਬਾ ਮੰਨਿਆ ਜਾਂਦਾ ਹੈ, ਬਹੁਤ ਵੱਡੇ ਪੱਧਰ ਤੇ ਸੰਘਰਸ਼ੀ ਹੈ, ਤਰੀਕੇ ਨਾਲ ਸੰਘਰਸ਼ ਲੜਨਾ। ਜਿਵੇਂ ਪਹਿਲਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਉਹ ਸੰਘਰਸ਼ ਚੱਲਿਆ, ਫਿਰ ਉਹ ਸਾਰੇ ਦੇਸ਼ ਦੇ ਵਿੱਚ ਵੱਖ-ਵੱਖ ਸਟੇਟਾਂ ਤੋਂ ਹੁੰਦਾ ਸਾਰੇ ਦੇਸ਼ ਦੇ ਵਿੱਚ ਫੈਲਿਆ, ਸਾਰਾ ਦੇਸ਼ ਉਹਦੇ ਹੱਕ 'ਚ ਖੜਿਆ। ਜਦੋਂ ਦੇਸ਼ ਉਹਦੇ ਹੱਕ 'ਚ ਖੜਿਆ, ਉਹ ਕਾਲੇ ਕਾਨੂੰਨ ਮੋਦੀ ਨੂੰ ਵਾਪਸ ਲੈਣੇ ਪੈ ਗਏ। ਇਹੀ ਜਿਹੜਾ ਅਗਨੀਪਥ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਹੈ, ਦੇਸ਼ ਨੂੰ ਵੇਚਣ ਵਾਸਤੇ ਕਾਰਪੋਰੇਟ ਘਰਾਣਿਆਂ ਨੂੰ, ਤੇ ਦੇਸ਼ ਲਈ ਬਹੁਤ ਵੱਡੀ ਨੁਕਸਾਨ ਵਾਲੀ ਗੱਲ ਹੈ। ਇਹ ਕੱਲੇ ਬੰਦੇ ਤੱਕ ਲੈ ਕੇ ਜਾਵਾਂਗੇ ਅਸੀਂ ਪੰਜਾਬ ਦੇ ਵਿੱਚੋਂ। ਇਹ ਅੰਦੋਲਨ ਨੇ ਬਰੂਦ ਬਣਨਾ, ਇਹਨੇ ਸਾਰੇ ਦੇਸ਼ ਵਿੱਚ ਫੈਲਣਾ, ਉਸ ਮੋਦੀ ਸਰਕਾਰ ਦੀਆਂ ਜੜ੍ਹਾਂ ਪੱਟੂਗਾ ਇਹ। ਜਦੋਂ ਨੌਜਵਾਨਾਂ ਨੂੰ ਇਹ ਪਤਾ ਲੱਗ ਗਿਆ ਵੀ ਸਾਡੇ ਸਭ ਤੋਂ ਵੱਡੇ ਦੁਸ਼ਮਣ ਇਹ ਨੇ, ਸਾਡੇ ਦੁਸ਼ਮਣ ਦੇਸ਼ ਨਹੀਂ ਆਣ, ਜਿਹੜੇ ਦੇਸ਼ ਦੀ ਰਾਖੀ ਵਾਸਤੇ ਅਸੀਂ ਭਰਤੀ ਹੋ ਕੇ ਦੇਸ਼ ਦੀ ਰਾਖੀ ਕਰਨਾ ਹੈ। ਸਾਡੇ ਤਾਂ ਅੱਜ ਇਹ ਦੁਸ਼ਮਣ ਨੇ ਜਿਹੜੇ ਸਾਨੂੰ ਮਾਰਨ ਵਾਸਤੇ 4 ਸਾਲ ਵਾਸਤੇ, ਸਾਡਾ 4 ਸਾਲ ਸਾਥੋਂ ਖੂਨ ਚੂਸ ਕੇ ਸਾਡਾ ਇਹਨਾਂ ਨੇ ਬਾਹਰ ਕੱਢ ਦੇਣਾ, ਤੇ ਅਸੀਂ ਨਾ ਘਰਦੇ ਰਹਿਣਾ ਨਾ ਘਾਟਦੇ ਰਹਿਣਾ। ਇਹ ਜਾਣੀ ਕਿ ਹਾਲਤ ਬਹੁਤ ਪਤਲੀ ਹੋ ਜੂਗੀ। ਇਹ ਗੱਲ ਕਰਦੇ ਨੇ ਵੀ 4 ਸਾਲ ਦੇ ਵਿੱਚ ਅਸੀਂ ਡਿਗਰੀ ਕਰਾ ਦੇਵਾਂਗੇ, 4 ਸਾਲ ਦੇ ਵਿੱਚ ਅਸੀਂ ਟ੍ਰੇਨਿੰਗ ਦੇ ਦਾਂਗੇ। ਬਿਲਕੁਲ
ਇਹ ਕੰਪਨੀਆਂ ਵਾਸਤੇ ਨੌਜਵਾਨਾਂ ਨੂੰ ਸਰਕਾਰੀ ਖਰਚੇ ਤੇ ਤਿਆਰ ਕਰ ਰਹੇ ਨੇ। ਫਿਰ ਕੰਪਨੀਆਂ ਇਹਨਾਂ ਤੋਂ ਆਪਦੇ ਤਰੀਕੇ ਨਾਲ ਕੰਮ ਲੈਣਗੀਆਂ। 8-8 ਹਜ਼ਾਰ ਤੇ 7-7 ਹਜ਼ਾਰ ਤੇ ਇਹਨਾਂ ਨੇ ਆ ਕੇ ਮੁੰਡਿਆਂ ਨੇ ਕੰਮ ਕਰਨਾ ਹੈ। ਇਹ ਨੌਜਵਾਨਾਂ ਲਈ ਵੱਡੀ ਖੁਦਕੁਸ਼ੀ ਦਾ ਰਾਹ ਖੋਲੂਗੀ। ਇਹ ਜੇ ਕਾਨੂੰਨ ਲਾਗੂ ਰਹਿ ਗਏ, ਇਹਨੂੰ ਕਦੇ ਵੀ ਪੰਜਾਬ ਵੱਲੋਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ। ਲੱਗਦਾ ਕਿ ਤੁਹਾਨੂੰ ਜਿਵੇਂ ਖੇਤੀ ਕਾਨੂੰਨ ਵਾਪਸ ਹੋਏ ਨੇ ਪਰ ਲੰਮੀ ਲੜਾਈ ਬਹੁਤ ਲੰਮੀ ਲੜਨੀ ਪਈ, ਤਾਂ ਉਸਨੇ ਅਗਰ ਕਹਿ ਸਕਦੇ ਹਾਂ ਤਾਂ ਅੰਦੋਲਨ ਲੜਨ ਦੇ ਲਈ ਬਹੁਤ ਚੀਜ਼ਾਂ ਦੀ ਜ਼ਰੂਰਤ ਸੀ, ਪੈਸਾ ਬਹੁਤ ਲੱਗਿਆ, ਕਿ ਉਸ ਦੁਬਾਰਾ ਉਸ ਤਰ੍ਹਾਂ ਦਾ ਅੰਦੋਲਨ ਖੜਾ ਹੋ ਸਕਦਾ? ਅੰਦੋਲਨ ਤਾਂ ਉਦੋਂ ਵੱਡੇ ਖੜੇ ਕਰਨੇ ਪੈਣਗੇ। ਜੇ ਉਦੋਂ ਵੱਡੇ ਅੰਦੋਲਨ ਨਾ ਖੜੇ ਕਰ ਸਕੇ, ਦੇਸ਼ ਬਰਬਾਦ ਹੋ ਜਾਊਗਾ। ਕਿਰਤੀ ਲੋਕਾਂ ਦੇ ਹੱਥ 'ਚੋਂ ਰੋਟੀ ਪਾਣੀ ਦਾ ਸਾਧਨ ਸਾਰਾ ਕੁਝ ਖੁਸ਼ੂਗਾ। ਇਹ ਇੱਕ ਇੱਕ ਡੰਗ ਦੀ ਰੋਟੀ ਨੂੰ ਮਤਾਜ ਕਰਨ ਨੂੰ ਫਿਰਦੇ ਨੇ ਦੇਸ਼ ਨੂੰ, ਵੀ ਪੂਰਨ ਤੌਰ ਤੇ ਜਿੱਥੇ ਵੀ ਅਰਜੀ ਚਿੱਤ ਕਰੇ ਉਹਨੂੰ ਪੂਰਨ ਤੌਰ ਤੇ ਥੋੜੀ ਜਿਹੀ ਦਿਹਾੜੀ ਵਾਸਤੇ, ਰੋਟੀ ਵਾਸਤੇ, ਇੱਕ ਚਾਹ ਦੇ ਕੱਪ ਵਾਸਤੇ, ਇੱਕ ਬਿਸਕੁਟਾਂ ਦੀ ਡੱਬੀ ਪਿੱਛੇ ਅਸੀਂ ਸਾਰਾ ਦਿਨ ਕੰਮ ਲੈ ਸਕੀਏ, ਉਧਰ ਨੂੰ ਲਿਜਾਣਾ ਚਾਹੁੰਦੇ ਨੇ। ਇਹ ਕਦੇ ਵੀ ਦੇਸ਼ ਬਰਦਾਸ਼ਤ ਨਹੀਂ ਕਰੂਗਾ। ਘੋਲ ਦੇਸ਼ਾਂ ਨੇ ਇਦੋਂ ਵੱਡੇ ਵੱਡੇ ਲੜੇ ਨੇ ਤੇ ਲੜਦੇ ਰਹਾਂਗੇ ਤੇ ਅੱਗੇ ਲੜਾਂਗੇ। ਬਿਲਕੁਲ। ਇਸ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਹੜੇ ਨੇਤਾ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਪਰ ਵੱਡੇ ਪ੍ਰਦਰਸ਼ਨ ਹੋਣ ਨੇ ਕਿਹਾ ਗਿਆ ਕਿ ਹੁਣ ਜਿਹੜੇ ਮੰਗ ਪੱਤਰ ਨੇ ਡਿਪਟੀ ਕਮਿਸ਼ਨਰਾਂ ਦੇ ਚੱਲਦੇ ਰਾਸ਼ਟਰਪਤੀ ਦੇ ਨਾਮ ਭੇਜੇ ਜਾ ਰਹੇ ਨੇ। ਅਗਰ ਕੋਈ ਹੱਲ ਨਾ ਹੋਇਆ ਤਾਂ ਇੱਕ ਵੱਡਾ ਅੰਦੋਲਨ ਵੀ ਅਗਨੀਪਥ ਦੇ ਵਿਰੁੱਧ ਵਿੱਢਿਆ ਜਾਊਗਾ ਪੂਰੇ ਦੇਸ਼ ਦੇ ਵਿੱਚ। ਧਰਨਿਆਂ ਪ੍ਰਦਰਸ਼ਨ ਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੋਊਗੀ, ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਦੋਂ ਬਹਿ ਕੇ ਮੀਟਿੰਗ ਕਰੇਗਾ ਉਸ ਦੇ ਵਿੱਚ ਤੈਅ ਹੋਏਗਾ ਕਿ ਲੜਾਈ ਕਿਸ ਤਰ੍ਹਾਂ ਲੜਨੀ ਹੈ। ਕਿਸਾਨ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਖੇਤੀ ਕਾਨੂੰਨ ਕਿਸਾਨਾਂ ਦੇ ਲਈ ਜਿਹੜਾ ਕਹਿ ਸਕਦੇ ਆ ਘਾਟੇ ਦਾ ਸੌਦਾ ਸੀ, ਉਹਨਾਂ ਦੀ ਖੁਦਕੁਸ਼ੀ ਦਾ ਰਾਹ ਸੀ, ਉਸੇ ਤਰ੍ਹਾਂ ਇਹ ਨੌਜਵਾਨਾਂ ਦੇ ਖਿਲਾਫ ਆ ਜਿਹੜਾ ਅਗਨੀਪਥ। ਵਿੱਕੀ ਭੁੱਲਰ, ਪੰਜਾਬ ਤੱਕ, ਸੰਗਰੂਰ।